ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲੋਕਰਨ ਚੈਨਲ ਪੰਜਾਬੀ ਤੇ ਮੈਂ ਹਾਂ ਸੁਖਵਿੰਦਰ ਸ਼ੇਰਗਿੱਲ। ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਹਾਰਦਿਕ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਅੱਜ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਉਹ ਇਹ ਨੇ ਕਿ ਰਾਹੁਲ ਗਾਂਧੀ ਨੇ ਆਰਐਸਐਸ ਤੇ ਬੀਜੇਪੀ ਤੇ ਸ਼ਬਦੀ ਹਮਲਾ ਕੀਤਾ, ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੇ ਬੀਜੇਪੀ ਹੈ ਤੇ ਆਰਐਸਐਸ ਹੈ ਉਂਝ ਤਾਂ ਕਹਿਣ ਨੂੰ ਹਿੰਦੂਆਂ ਦੀ ਪਾਰਟੀ ਹੈ, ਹਿੰਦੂਆਂ ਦੀ ਜਥੇਬੰਦੀ ਹੈ, ਪਰ ਉਹ ਅਸਲ ਦੇ ਵਿੱਚ ਹਿੰਦੂ ਹੀ ਨਹੀਂ ਸਗੋਂ ਹਿੰਦੂ ਧਰਮ ਨੂੰ ਉਹਨਾਂ ਵੱਲੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਮੰਚ ਤੇ ਇਕੱਠੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ, ਇੱਕ ਸੁਰ ਦੇ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਨੇ। ਤੇ ਇਸ ਤੋਂ ਇਲਾਵਾ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਸੋਨੂ ਸੂਦ ਦੇ ਘਰ ਦੇ ਉੱਤੇ ਜਿਹੜੀ ਰੇਡ ਹੋਈ ਹੈ ਉਸ ਦੀ ਗੱਲ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਬਲਵੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਬਿਆਨ ਦਿੱਤਾ, ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਸਰਕਾਰ ਹੈ ਜਿਹੜਾ ਉਹ ਮੰਡੀਆਂ ਦਾ ਭੋਗ ਪਾਉਣ ਨੂੰ ਫਿਰਦੀ ਹੈ। ਇਹਨਾਂ ਸਭ ਮੁੱਦਿਆਂ ਤੇ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਰ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿੱਥੇ ਬੀਜੇਪੀ ਹੈ ਜਾਂ ਆਰਐਸਐਸ ਹੈ ਉਹ ਆਪਣੇ ਆਪ ਨੂੰ ਖੁਦ ਹਿੰਦੂਆਂ ਦੀ ਪਾਰਟੀ, ਹਿੰਦੂਆਂ ਦੀ ਜਥੇਬੰਦੀ ਕਹਿੰਦੀ ਹੈ, ਪਰ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਰਾਹੁਲ ਗਾਂਧੀ, ਉਹਨਾਂ ਨੇ ਕਿਹਾ ਕਿ ਨਾ ਹੀ ਆਰਐਸਐਸ ਨਾ ਹੀ ਬੀਜੇਪੀ ਇਹ ਹਿੰਦੂ ਹੀ ਨਹੀਂ, ਸਗੋਂ ਮੌਕਾ ਜਿਹਾ ਦੇਖ ਕੇ ਹਿੰਦੂ ਧਰਮ ਦੀ ਆੜ ਦੇ ਵਿੱਚ ਆਪਣਾ ਕੰਮ ਕਢਵਾ ਲੈਂਦੇ ਆ, ਪਰ ਅਸਲ ਦੇ ਵਿੱਚ ਹਿੰਦੂ ਹੀ ਨਹੀਂ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸੁਖਵਿੰਦਰ ਜੀ, ਜਦੋਂ ਆਪਾਂ ਦੋਵਾਂ ਪਾਰਟੀਆਂ ਦਾ ਇਤਿਹਾਸ ਦੇਖਦੇ ਹਾਂ, ਚਾਹੇ ਉਹ ਬੀਜੇਪੀ ਦਾ ਇਤਿਹਾਸ ਹੈ ਚਾਹੇ ਕਾਂਗਰਸ ਦਾ ਇਤਿਹਾਸ ਹੈ, ਦੋਵਾਂ ਪਾਰਟੀਆਂ ਦੀ ਜਿਹੜੀ ਮੈਥਡੋਲੋਜੀ ਹੈ, ਜਿਹੜਾ ਤਰੀਕਾ ਕੰਮ ਕਰਨ ਦਾ ਉਹ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ 80% ਜਨਤਾ ਜਿਹੜੀ ਹੈਗੀ ਹੈ ਭਾਰਤ ਦੀ ਉਹ ਹਿੰਦੂ ਹੈ ਔਰ ਹਿੰਦੂਆਂ ਤੋਂ ਉਹਨਾਂ ਨੇ ਵੋਟ ਲੈਣੀ ਹੈ। ਔਰ ਤੁਸੀਂ ਦੇਖੋਗੇ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਬੀਜੇਪੀ ਹੈ ਔਰ ਇਸ ਦੇ ਨਾਲ ਹੀ ਆਰਐਸਐਸ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਪਿੱਛੇ ਚਲੇ ਜਾਈਏ ਹਿੰਦੂ ਮਹਾਸਭਾ ਦੀ ਗੱਲ ਹੁੰਦੀ ਹੈ, ਯਾਨੀ ਕਿ ਪੂਰੇ ਦਾ ਪੂਰਾ ਇੱਕ ਸਦੀ ਦਾ ਲਗਭਗ ਦੋਵਾਂ ਜਦੋਂ ਅਸੀਂ ਇਤਿਹਾਸ ਦੇ ਉੱਤੇ ਨਜ਼ਰ ਮਾਰਦੇ ਹਾਂ, ਦੋਨਾਂ ਪਾਰਟੀਆਂ ਦੇ ਪਿਛਲੇ 100 ਸਾਲ ਦਾ ਇਤਿਹਾਸ ਦੇਖਦੇ ਹਾਂ ਦੋਵਾਂ ਦਾ, ਤਾਂ ਲਾਜ਼ਮੀ ਤੌਰ ਤੇ ਉੱਥੋਂ ਇਹ ਪਤਾ ਲੱਗਦਾ ਸਾਨੂੰ ਕਿ ਦੋਵੇਂ ਪਾਰਟੀਆਂ ਹੀ ਹਿੰਦੂ ਪੱਤਾ ਖੇਡਦੀਆਂ ਨਜ਼ਰ ਆਉਂਦੀਆਂ ਨੇ ਔਰ ਇਹਨਾਂ ਨੇ ਧਰਮ ਦਾ ਪੱਤਾ ਖੇਡਿਆ। ਚਾਹੇ ਆਪਾਂ ਗੱਲ ਕਰੀਏ ਰਾਮ ਮੰਦਿਰ ਦੀ ਗੱਲ ਕਰਦੇ ਹਾਂ ਤਾਂ ਯੂਪੀ ਦੇ ਵਿੱਚ ਦੋਵਾਂ ਪਾਰਟੀਆਂ ਨੇ, ਉਸ ਵੇਲੇ ਆਪਾਂ ਨੂੰ ਵੀ ਪਤਾ ਹੈ ਕਿ ਜਦੋਂ ਰਾਮ ਮੰਦਿਰ ਦਾ ਰੌਲਾ ਪਿਆ ਸੀਗਾ ਤਾਂ ਉਸ ਵੇਲੇ ਵੀ ਕਾਂਗਰਸ ਨੇ ਜਿਹੜਾ ਸੀਗਾ ਹਿੰਦੂ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਉਸ ਤੋਂ ਬਾਅਦ ਫਿਰ ਬੀਜੇਪੀ ਦਾ ਉਭਾਰ ਹੋਇਆ ਔਰ ਲਗਾਤਾਰ ਬੀਜੇਪੀ ਵੀ ਜਿਹੜੀ ਇਹੀ ਕਹਿੰਦੀ ਆ ਰਹੀ ਆ ਕਿ ਹਿੰਦੁਸਤਾਨ ਜਿਹੜਾ ਹੈਗਾ, ਯਾਨੀ ਕਿ ਆਰਐਸਐਸ ਦੀ ਭਾਸ਼ਾ ਜਿਹੜੀ ਹੈਗੀ ਬੋਲਦੀ ਨਜ਼ਰ ਆਉਂਦੀ ਹੈ। ਸੋ ਜਦੋਂ ਅਸੀਂ ਬੀਜੇਪੀ ਦਾ ਇਤਿਹਾਸ ਦੇਖਦੇ ਹਾਂ ਤਾਂ ਹਿੰਦੂਆਂ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ 80% ਵੋਟਾਂ ਲੈ ਕੇ ਜਿਹੜਾ ਹੈਗਾ ਇੱਕ ਸੱਤਾ ਦੇ ਵਿੱਚ ਆ ਸਕਦੇ ਹਾਂ, ਤਾਂ ਉਹ ਉਹਨਾਂ ਨੇ ਕੀਤਾ ਵੀ, ਉਹਨੂੰ ਪ੍ਰੈਕਟੀਕਲ ਵੀ ਕੀਤਾ ਹੈ। ਔਰ ਦੂਸਰੇ ਪਾਸੇ ਜਦੋਂ ਅਸੀਂ ਰਾਹੁਲ ਜੀ ਦੇ ਬਿਆਨ ਤੇ ਨਜ਼ਰ ਮਾਰਦੇ ਹਾਂ ਤਾਂ ਉਹ ਇਸ ਪੱਤੇ ਨੂੰ ਉਹਨਾਂ ਤੋਂ ਖੋਹਣਾ ਚਾਹੁੰਦੇ ਨੇ। ਹਿੰਦੂ ਪੱਤਾ ਜਿਹੜਾ ਧਰਮ ਦਾ ਪੱਤਾ ਬੀਜੇਪੀ ਖੇਡਣਾ ਚਾਹੁੰਦੀ ਹੈ, ਉਸੇ ਨੂੰ ਖੋਹ ਕੇ ਉਹ ਜਿਹੜੇ ਨੇ ਰਾਹੁਲ ਜੀ ਚਾਹੁੰਦੇ ਨੇ ਕਿ ਸਾਨੂੰ ਜਿਹੜੀ ਇਹਨਾਂ ਦੀ ਵੋਟ ਬੈਂਕ ਮਿਲ ਜਾਏ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਬੀਜੇਪੀ ਵਾਲੇ ਅਸਲੀ ਹਿੰਦੂ ਨਹੀਂ, ਅਸਲੀ ਹਿੰਦੂ ਤਾਂ ਅਸੀਂ ਹਾਂ, ਸੋ ਅਸਲੀ ਹਿੰਦੂ ਤਾਂ ਕਾਂਗਰਸ ਵਾਲੇ ਨੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਇੱਕ ਦੂਜੇ ਨੂੰ ਬੇਸ਼ੱਕ ਉਹ ਧਰਮ ਦੇ ਨਾਂ ਤੇ ਲੜਾਉਂਦੇ ਰਹੇ ਆ ਹੁਣ ਤੱਕ, ਚਾਹੇ ਆਪਾਂ ਵੱਡੇ ਜੇ ਆਪਾਂ ਪਿਛਲੇ 100 ਸਾਲ ਦਾ ਜਿਹੜਾ ਮੈਂ ਇਤਿਹਾਸ ਦੀ ਗੱਲ ਕਰ ਰਿਹਾ, ਉਸ ਇਤਿਹਾਸ ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਮੁਸਲਮਾਨਾਂ ਔਰ ਹਿੰਦੂਆਂ ਦਾ ਜਿਹੜਾ ਵਿਵਾਦ ਰਿਹਾ ਔਰ ਜਿਹੜੇ ਵਿੱਚ ਦੰਗੇ ਵੀ ਹੁੰਦੇ ਰਹੇ ਨੇ, ਉਹਦੇ ਵਿੱਚ ਕਾਂਗਰਸ ਦੇ ਨੁਮਾਇੰਦੇ ਵੀ ਸ਼ਾਮਲ ਰਹੇ ਨੇ, ਉਹਦੇ ਵਿੱਚ ਬੀਜੇਪੀ ਦੇ ਨੁਮਾਇੰਦੇ ਵੀ ਸ਼ਾਮਲ ਰਹੇ ਨੇ, ਉਹਦੇ ਵਿੱਚ ਖਾਸ ਤੌਰ ਤੇ ਆਪਾਂ ਕਹੀਏ ਕਿ ਜਿਹੜੇ ਮੁਸਲਿਮ ਘੱਟ ਗਿਣਤੀਆਂ ਦੇ ਜਿਹੜੀ ਕੱਟੜਪੰਥੀ ਵੋਟ ਹੈ, ਉਹਨਾਂ ਦੇ ਕੱਟੜਪੰਥੀ ਨੇਤਾ ਨੇ, ਉਹ ਵੀ ਸ਼ਾਮਲ ਹੁੰਦੇ ਰਹੇ ਨੇ। ਸੋ ਮੈਂ ਕਹਿਣਾ ਚਾਹੁੰਦਾ ਕਿ ਤਿੰਨਾਂ ਨੇ ਮਿਲ ਕੇ ਜਿਹੜਾ ਹੈਗਾ ਭਾਰਤ ਦੇ ਵਿੱਚ ਦੰਗੇ ਕਰਾਏ ਨੇ, ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ, ਪੋਲਰਾਈਜੇਸ਼ਨ ਕੀਤੀ ਹੈ ਔਰ ਅੱਜ ਵੀ ਜਿਹੜਾ ਹੈਗਾ ਇਹ ਵੱਖ-ਵੱਖ ਪਾਰਟੀਆਂ ਧਰਮ ਦੇ ਨਾਂ ਦੇ ਉੱਤੇ ਆਪਣੀ ਪੋਲਰਾਈਜੇਸ਼ਨ ਕਰਕੇ ਵੋਟਾਂ ਲੈਣਾ ਚਾਹੁੰਦੀਆਂ ਨੇ, ਵੋਟ ਬੈਂਕ ਨੂੰ ਖੜਾ ਕਰਨਾ ਚਾਹੁੰਦੀਆਂ ਨੇ, ਵੋਟਾਂ ਦੇ ਸਹਾਰੇ ਰਾਜ ਸੱਤਾ ਚਾਉਣਾ ਚਾਹੁੰਦੀਆਂ ਨੇ, ਕਿਉਂਕਿ ਹੋਰ ਮੁੱਦੇ ਤਾਂ ਇਹਨਾਂ ਨੂੰ ਨਜ਼ਰ ਨਹੀਂ ਆ ਰਹੇ। ਤੁਸੀਂ ਦੇਖੋਗੇ ਕਿ ਜੇ ਆਪਾਂ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਦੇਖਦੇ ਹਾਂ ਕਿ ਕਿੱਥੇ ਤਾਂ ਜਿਹੜੀ ਲੜਾਈ ਹੋਣੀ ਚਾਹੀਦੀ ਸੀ, ਜਿੱਥੇ ਤਾਂ ਸੰਘਰਸ਼ ਹੋਣਾ ਚਾਹੀਦਾ ਸੀਗਾ, ਉਹ ਮੁੱਦਿਆਂ ਦਾ ਹੋਣਾ ਚਾਹੀਦਾ ਸੀਗਾ। ਮੁੱਦਿਆਂ ਦੇ ਉੱਤੇ, ਵਿਕਾਸ ਦੇ ਨਾਂ ਦੇ ਉੱਤੇ, ਡਿਵੈਲਪਮੈਂਟ ਦੇ ਨਾਂ ਦੇ ਉੱਤੇ ਜਿਹੜੀ ਹੈਗੀ ਆ ਪੋਲਰਾਈਜੇਸ਼ਨ ਹੋਣੀ ਚਾਹੀਦੀ ਸੀਗੀ, ਪਰ ਹੋ ਕੀ ਰਿਹਾ
ਆਪਾਂ ਦੇਖਦੇ ਹਾਂ ਕਿ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਧਰਮ ਦੇ ਨਾਂ ਤੇ, ਇੱਕ ਕਹਿੰਦੀ ਹੈ ਕਿ ਧਰਮ ਇਦਾਂ ਦਾ ਧਰਮ ਹੋਣਾ ਚਾਹੀਦਾ, ਦੂਜੀ ਕਹਿੰਦੀ ਹੈ ਕਿ ਇਦਾਂ ਦਾ ਨਹੀਂ, ਇਦਾਂ ਦਾ ਹੋਣਾ ਚਾਹੀਦਾ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਇੱਕ ਇਹ ਜਿਹੜੀ ਹੈ ਸਾਡਾ ਸੰਵਿਧਾਨ ਹੈ, ਸੰਵਿਧਾਨ ਤਾਂ ਸਾਨੂੰ ਧਰਮ ਨਿਰਪੱਖ ਜਿਹੜਾ ਹੈਗਾ ਹੋਣ ਦੀ ਗੱਲ ਕਰਦਾ ਹੈ। ਇਹ ਧਰਮ ਨਿਰਪੱਖਤਾ ਨਹੀਂ ਹੈ ਕਿ ਫਲਾਣਾ ਜਿਹੜਾ ਹੈਗਾ, ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਧਰਮ ਵਾੜ ਦੋਗੇ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਰਹੇ ਹੋ। ਇਹੀ ਗੱਲ ਬੀਜੇਪੀ ਦੇ ਉੱਤੇ ਲਾਗੂ ਹੁੰਦੀ ਹੈ। ਬੀਜੇਪੀ ਹੁਣ ਤੱਕ ਧਰਮ ਦੇ ਨਾਂ ਦੇ ਉੱਤੇ ਵੱਖ-ਵੱਖ ਰਾਜਾਂ ਦੀ ਗੱਲ ਹੋਵੇ, ਚਾਹੇ ਉਹ ਲੋਕ ਸਭਾ ਚੋਣਾਂ ਦੀ ਗੱਲ ਹੋਵੇ, ਹਰ ਵਾਰੀ ਉਹਦਾ ਤਰੀਕਾ ਹੀ ਰਿਹਾ ਕਿ ਧਰਮ ਨੂੰ ਵਰਤ ਕੇ ਪੋਲਰਾਈਜੇਸ਼ਨ ਕਰਕੇ ਵੋਟਾਂ ਨੂੰ ਵੰਡਿਆ ਜਾਏ ਔਰ ਵੋਟਾਂ ਲਈਆਂ ਜਾਣ। ਇਸ ਵੋਟ ਬੈਂਕ ਨੂੰ ਕਾਂਗਰਸ ਜਾਂ ਰਾਹੁਲ ਗਾਂਧੀ ਜੀ ਉਹਨਾਂ ਤੋਂ ਖੋਣਾ ਚਾਹੁੰਦੇ ਨੇ। ਸੋ ਇਸ ਕਰਕੇ ਇਦਾਂ ਦੇ ਬਿਆਨ ਆ ਰਹੇ ਨੇ। ਜੀ ਡਾਕਟਰ ਸਾਹਿਬ, ਇਹ ਸੀ ਕੇਂਦਰੀ ਕਾਂਗਰਸ ਦੀ ਗੱਲ। ਹੁਣ ਪੰਜਾਬ ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਗੰਭੀਰ ਇਲਜ਼ਾਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਲਾਏ ਸਨ, ਉੱਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਇਹ ਕਹਿੰਦੇ ਨਜ਼ਰ ਆਉਂਦੇ ਆ ਕਿ ਕਿਸਾਨਾਂ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਗੁੰਮਰਾਹ ਕਰ ਰਹੀ ਹੈ। ਪਰ ਦੂਸਰੇ ਪਾਸੇ ਜਿਹੜੀ ਬੇਭਰੋਸਗੀ ਵੀ 40 ਵਿਧਾਇਕਾਂ ਨੇ ਕਿਹਾ ਜਾ ਰਿਹਾ ਕਿ ਚਿੱਠੀ ਲਿਖ ਕੇ ਜਾਰੀ ਕੀਤੀ ਹੈ ਕਿ 40 ਵਿਧਾਇਕ ਅਜਿਹੇ ਨੇ ਜਿਹੜੇ ਬੇਭਰੋਸਗੀ ਜਤਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ। ਦੋਵੇਂ ਮਾਮਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਦੇਖੋ, ਜੋ ਗੱਲ ਆਪਾਂ ਸਮਝ ਕੇ ਆਏ ਹਾਂ ਕਿ ਕੇਂਦਰ ਦੀ ਲੀਡਰਸ਼ਿਪ ਦੀ, ਬੀਜੇਪੀ ਔਰ ਕਾਂਗਰਸ ਦੀ ਗੱਲ ਕਰ ਰਹੇ ਹਾਂ। ਹੁਣ ਇੱਥੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਹੜੀਆਂ ਇਹ ਵੱਡੀਆਂ ਪਾਰਟੀਆਂ ਕਹੀਆਂ ਜਾਂਦੀਆਂ ਨੇ, ਖਾਸ ਤੌਰ ਤੇ ਅਕਾਲੀ ਦਲ ਔਰ ਕਾਂਗਰਸ, ਤਾਂ ਕਾਂਗਰਸ ਦੇ ਵਿੱਚ ਜਿਹੜੀ ਹੈਗੀ ਆ, ਉਹਨਾਂ ਨੂੰ ਲੱਗਦਾ ਹੈ ਕਿ ਦੋਵੇਂ ਧਿਰਾਂ ਤੁਸੀਂ ਦੇਖੋਗੇ ਕਿ ਇੱਥੇ ਕਿਸਾਨਾਂ ਦੇ ਨਾਂ ਦੇ ਉੱਤੇ ਵੋਟ ਬੈਂਕ ਜਿਹੜੀ ਹੈਗੀ ਆ ਉਹ ਲੈਣਾ ਚਾਹੁੰਦੇ ਨੇ। ਅਕਾਲੀ ਦਲ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਦੇਖੋ ਜੀ, ਅਸੀਂ ਤੁਹਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ, ਬੀਬੀ ਹਰਸਿਮਰਤ ਬਾਦਲ ਜੀ ਨੇ ਅਸਤੀਫਾ ਦਿੱਤਾ, ਦੇਖੋ ਐਡੀ ਵੱਡੀ ਕੁਰਸੀ ਛੱਡਤੀ। ਔਰ ਦੂਜੇ ਪਾਸੇ ਕਾਂਗਰਸ ਕੀ ਕਹਿਣਾ ਚਾਹੁੰਦੀ ਹੈ, ਜਿਵੇਂ ਤੁਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਰਹੇ ਹੋ, ਕੈਪਟਨ ਸਾਹਿਬ ਦੀ ਗੱਲ ਕਰ ਰਹੇ ਹੋ, ਇਹ ਵੱਡੇ ਲੀਡਰ ਜਿਹੜੇ ਨੇ ਕਾਂਗਰਸ ਦੇ ਇਹੀ ਕਹਿੰਦੇ ਆ ਰਹੇ ਨੇ ਕਿ ਇਹਨਾਂ ਬਿੱਲਾਂ ਨੂੰ, 3 ਕਾਲੇ ਕਾਨੂੰਨ ਜਿਹੜੇ ਬਿੱਲ ਆਏ ਆ, ਉਹਨਾਂ ਨੂੰ ਲਾਗੂ ਕਰਾਉਣ ਦੇ ਵਿੱਚ ਅਕਾਲੀ ਦਲ ਔਰ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜਾਂ ਛੋਟੇ ਔਰ ਵੱਡੇ ਬਾਦਲ ਸਾਹਿਬ ਦਾ ਵੀ ਜਿਹੜਾ ਹੈਗਾ ਉਨਾ ਹੀ ਰੋਲ ਹੈ। ਸੋ ਲਗਾਤਾਰ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਪਰ ਮੈਂ ਇਹ ਕਹਿਣਾ ਚਾਹੁੰਦਾ, ਦੋਵੇਂ ਪਾਰਟੀਆਂ ਹੀ, ਜਿਹੜੀ ਗੱਲ ਜਿਵੇਂ ਆਪਾਂ ਧਰਮ ਦੇ ਬਾਰੇ ਸਮਝਿਆ ਸੀਗਾ ਕਿ ਦੋਵੇਂ ਪਾਰਟੀਆਂ ਧਰਮ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕਰਦੀਆਂ ਨੇ, ਇਸੇ ਤਰ੍ਹਾਂ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਹੀ ਜਿਹੜੀਆਂ ਨੇ ਇਹ ਕਹਿੰਦੀਆਂ ਤਾਂ ਆਪਣੇ ਆਪ ਨੂੰ ਇਹ ਨੇ ਕਿ ਅਸੀਂ ਕਿਸਾਨ ਹਤੈਸ਼ੀ ਹਾਂ। ਪਰ ਤੁਸੀਂ ਦੇਖੋਗੇ ਕਿ ਇਤਿਹਾਸ ਜਦੋਂ ਅਸੀਂ ਕਾਂਗਰਸ ਦਾ ਵੇਖਦੇ ਹਾਂ ਤਾਂ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਇਹੀ ਹੈ ਕਿ APMC ਨੂੰ ਖਤਮ ਕੀਤਾ ਜਾਵੇ, ਯਾਨੀ ਕਿ ਸਰਕਾਰੀ ਮੰਡੀਆਂ ਖਤਮ ਕੀਤੀਆਂ ਜਾਣ। ਔਰ ਜਦੋਂ ਇਹ 3 ਕਾਲੇ ਕਾਨੂੰਨਾਂ ਦੀ ਗੱਲ ਆਉਂਦੀ ਹੈ ਤਾਂ 3 ਕਾਲੇ ਕਾਨੂੰਨ ਜਦੋਂ ਇਹ ਬਣਨ ਵਾਲੇ ਸੀਗੇ ਤਾਂ ਉਹਦੇ ਵਿੱਚ ਜਿਹੜੇ ਮੁੱਖ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਕੈਪਟਨ ਸਾਹਿਬ ਵੀ ਸ਼ਾਮਲ ਹੁੰਦੇ ਰਹੇ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਸੇ ਤਰ੍ਹਾਂ ਖਜ਼ਾਨਾ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਰਹੇ ਨੇ। ਸੋ ਇਸੇ ਕਰਕੇ ਇਸ ਤੋਂ ਕਿਵੇਂ ਉਹ ਭੁੱਲ ਸਕਦੇ ਆ ਕਿ ਇਹ ਜਿਹੜਾ ਜਦੋਂ ਕਾਲੇ ਕਾਨੂੰਨ ਲਾਗੂ ਹੋ ਰਹੇ ਸੀਗੇ ਉਦੋਂ ਉਹਨਾਂ ਨੇ ਹਾਂ ਦਾ ਨਾਰਾ ਜਿਹੜਾ ਸੀਗਾ ਬੀਜੇਪੀ ਦੇ ਪੱਖ 'ਚ ਮਾਰਿਆ ਸੀਗਾ। ਇਸੇ ਤਰ੍ਹਾਂ ਆਪਾਂ ਜਦੋਂ ਅਕਾਲੀ ਦਲ ਨੂੰ ਵੇਖਦੇ ਹਾਂ ਤਾਂ ਅਕਾਲੀ ਦਲ ਵਾਲਿਆਂ ਨੇ ਘੱਟੋ ਘੱਟ ਜਦੋਂ ਇਹ 3 ਕਾਲੇ ਕਾਨੂੰਨ ਲਾਗੂ ਹੋ ਚੁੱਕੇ ਸੀਗੇ ਤਾਂ 2.5-3 ਮਹੀਨੇ ਉਹ ਇਹੀ ਕਹਿੰਦੇ ਨਜ਼ਰ ਆਉਂਦੇ ਸੀਗੇ ਕਿ ਇਹ ਕਾਲੇ ਕਾਨੂੰਨ ਨਹੀਂ ਹੈਗੇ, ਇਹ ਤਾਂ ਬਿਲਕੁਲ ਲੋਕ ਪੱਖੀ ਨੇ ਔਰ ਕਿਸਾਨਾਂ ਦੇ ਪੱਖ 'ਚ ਨੇ। ਸਾਨੂੰ ਜਿਹੜਾ ਹੈਗਾ ਇੱਦਾਂ ਦੇ ਐਜੀਟੇਸ਼ਨ, ਇੱਦਾਂ ਦੇ ਸੰਘਰਸ਼ ਜਿਹੜੇ ਨੇ ਕਿਸਾਨਾਂ ਨੂੰ ਨਹੀਂ ਕਰਨੇ ਚਾਹੀਦੇ। ਤੁਹਾਨੂੰ ਵੀ ਯਾਦ ਹੋਏਗਾ, ਸਾਰੇ ਦਰਸ਼ਕਾਂ ਨੂੰ ਯਾਦ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਦੂਜੇ ਦੇ ਉੱਤੇ ਜਿਹੜਾ ਹੈਗਾ ਦੂਸ਼ਣਬਾਜ਼ੀ ਲਾ ਕੇ ਜੇ ਇਹ ਕਹਿਣ ਕਿ ਇਹ ਬਰੀ ਹੋ ਗਏ ਦੋਨੋਂ ਪਾਰਟੀਆਂ, ਤਾਂ ਬਿਲਕੁਲ ਇਹ ਮੈਨੂੰ ਲੱਗਦਾ ਹੈ ਕਿ ਇੱਕ ਆਪਣੇ ਆਪ ਦੇ ਵਿੱਚ ਹਾਸੋਹੀਣੀ ਗੱਲ ਹੈ। ਸੋ ਦੋਵੇਂ ਪਾਰਟੀਆਂ ਹੀ ਜ਼ਿੰਮੇਵਾਰ ਨੇ। ਅੱਜ ਤੱਕ ਜੇਕਰ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਇੱਥੋਂ ਤੱਕ ਪਹੁੰਚਿਆ, ਚਾਹੇ ਉਹ ਪੰਜਾਬ ਦਾ ਕਿਸਾਨ ਹੈ, ਚਾਹੇ ਉਹ ਨੈਸ਼ਨਲ ਲੈਵਲ ਦਾ ਕਿਸਾਨ ਹੈ, ਉਹਦੇ ਵਿੱਚ ਸੈਂਟਰਲ ਸਟੇਟਾਂ ਦੀਆਂ ਜਿਹੜੀਆਂ ਨੀਤੀਆਂ ਰਹੀਆਂ ਨੇ, ਸਰਕਾਰਾਂ ਦੀਆਂ ਨੀਤੀਆਂ ਰਹੀਆਂ ਨੇ, ਇਸੇ ਤਰ੍ਹਾਂ ਸਟੇਟਾਂ ਦੀਆਂ ਸਰਕਾਰਾਂ ਦੀਆਂ ਜੋ ਨੀਤੀਆਂ ਰਹੀਆਂ ਨੇ, ਉਹਨਾਂ ਦੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 20 ਸਾਲਾਂ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਤਾਂ ਲਗਭਗ 3 ਲੱਖ ਕਿਸਾਨ ਭਾਰਤ ਦਾ ਜਿਹੜਾ ਹੈਗਾ ਸੁਸਾਈਡ ਕਰ ਚੁੱਕਿਆ ਹੈ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਦੋਵਾਂ ਦਾ ਰਾਜ ਰਿਹਾ। ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਅਕਾਲੀ ਦਲ ਔਰ ਬੀਜੇਪੀ ਤੇ ਕਾਂਗਰਸ ਦਾ ਰਾਜ ਰਿਹਾ। ਇਸ ਤਰ੍ਹਾਂ ਨੈਸ਼ਨਲ ਲੈਵਲ ਦੀ ਜਦੋਂ ਗੱਲ ਕਰਦੇ ਹਾਂ ਤਾਂ ਬੀਜੇਪੀ ਤੇ ਕਾਂਗਰਸ ਦਾ ਰਾਜ ਰਿਹਾ। ਸੋ ਦੋਵੇਂ ਪਾਰਟੀਆਂ ਹੀ ਗੁਨਾਹਗਾਰ ਨੇ, ਦੋਵੇਂ ਪਾਰਟੀਆਂ ਹੀ ਜ਼ਿੰਮੇਵਾਰ ਨੇ ਕਿਸਾਨਾਂ ਦੀ ਇਸ ਦੁਰਦਸ਼ਾ ਦੇ ਵਿੱਚ। ਸੋ ਅੱਜ ਉਹ ਬੇਸ਼ੱਕ ਵੋਟਾਂ ਲੈਣ ਦੇ ਲਈ ਇੱਕ ਦੂਜੇ ਦੇ ਉੱਤੇ ਦੋਸ਼ ਪ੍ਰਤੀ ਦੋਸ਼ ਕਰ ਰਹੇ ਨੇ, ਪਰ ਬੁਨਿਆਦੀ ਤੌਰ ਤੇ ਦੋਵੇਂ ਪਾਰਟੀਆਂ ਇੱਕੋ ਤਰ੍ਹਾਂ ਦੀਆਂ ਕਿਸਾਨ ਵਿਰੋਧੀ ਪਾਰਟੀਆਂ ਨੇ। ਸੁਖਵਿੰਦਰ ਜੀ।
ਜੀ ਡਾਕਟਰ ਸਾਹਿਬ, ਤੁਸੀਂ ਮੰਡੀਆਂ ਦਾ ਜ਼ਿਕਰ ਕੀਤਾ ਤਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਇੱਕ ਨਵਾਂ ਬਿਆਨ ਆਇਆ ਜਿਸ ਦੇ ਵਿੱਚ ਉਹ ਕਹਿੰਦੇ ਆ ਕਿ ਸਰਕਾਰ ਹੈ ਜਿਹੜਾ ਉਹ ਮੰਡੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ, ਭਾਵੇਂ ਕਿ ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ ਅਜਿਹਾ ਕੁਝ ਨਹੀਂ। ਪਰ ਰਾਜੇਵਾਲ ਸਾਹਿਬ ਹੋਰਾਂ ਦੇ ਜਿਹੜਾ ਬਿਆਨ ਹੈ ਉਸ ਦੇ ਵਿੱਚ ਉਹ ਕਹਿੰਦੇ ਆ ਕਿ ਕਿਸਾਨ ਮਹਾਪੰਚਾਇਤ ਹੋਈ ਸੀ ਰਾਜਸਥਾਨ ਦੇ ਜੈਪੁਰ ਦੇ ਵਿੱਚ। ਇਸ ਬਿਆਨ ਨੂੰ ਤੇ ਕਿਸਾਨਾਂ ਦੇ ਵੱਧਦੇ ਕੱਦ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਦੇਖੋ, ਮੈਂ ਜਿਹੜੇ APMC ਦੀ ਗੱਲ ਕਰ ਰਿਹਾ, ਸਰਕਾਰੀ ਮੰਡੀਆਂ ਦੀ ਗੱਲ ਕਰ ਰਿਹਾ, ਇਹ ਖਤਮ ਹੋਣ ਦੀਆਂ ਜਿਹੜੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਕਿਆਸ ਰਾਈਆਂ ਜਾਂ ਇਹਦੇ ਜਿਹੜੇ ਫੈਕਟਸ ਨੇ, ਤੱਥ ਨੇ, ਉਹ ਸਾਨੂੰ ਕਿੱਥੋਂ ਦਿਖਾਈ ਦਿੰਦੇ ਨੇ? ਉਹ ਇਸ ਤੋਂ ਦਿਖਾਈ ਦਿੰਦੇ ਨੇ ਕਿ ਜਿਹੜੀ FCI ਹੈ, ਔਰ FCI ਨੇ ਸਾਰੇ ਸਰਕਾਰੀ ਮੰਡੀਆਂ ਦੇ ਵਿੱਚ ਖਰੀਦ ਕਰਨੀ ਹੁੰਦੀ ਹੈ। ਅੱਜ FCI ਦੇ ਉੱਤੇ ਮੈਨੂੰ ਲੱਗਦਾ ਹੈ ਕਿ ਕਰੋੜਾਂ ਰੁਪਏ ਦਾ ਕਰਜ਼ਾ ਹੈ, ਔਰ ਇਹ ਕਰਜ਼ਾ ਦਾ ਮਤਲਬ ਇਹੀ ਹੈ ਕਿ FCI ਨੂੰ ਤੁਸੀਂ ਜਦੋਂ ਕਰਜ਼ਦਾਰ ਕਰਤਾ ਤਾਂ ਲਾਜ਼ਮੀ ਤੌਰ ਤੇ ਉਹ ਪਿੱਛੇ ਕੀ ਹਟੇਗੀ, ਉਹਨਾਂ ਦੀ ਜਗ੍ਹਾ ਪ੍ਰਾਈਵੇਟ ਮੰਡੀਆਂ ਜਾਂ ਪ੍ਰਾਈਵੇਟ ਜਿਹੜੇ ਪਲੇਅਰਸ ਨੇ ਉਹ ਖਰੀਦਣ ਦੇ ਵਿੱਚ ਜਿਹੜੇ ਨੇ ਅੱਗੇ ਆਉਣਗੇ। ਸੋ ਕਹਿਣ ਦਾ ਮਤਲਬ ਹੈ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਬੇਸ਼ੱਕ ਅੱਜ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਤੁਹਾਨੂੰ ਜਿਹੜੀ ਹੈਗੀ MSP ਦੇਵਾਂਗੇ ਔਰ ਇਹਨੂੰ ਜਾਰੀ ਰੱਖਾਂਗੇ, ਤੋੜਾਂਗੇ ਨਹੀਂ। ਪਰ ਦੂਜੇ ਪਾਸੇ ਕੀ ਹੋ ਰਿਹਾ ਕਿ ਜੇ ਤੁਸੀਂ ਸਰਕਾਰੀ ਮੰਡੀਆਂ ਖਤਮ ਹੋ ਗਈਆਂ, ਜੇ ਤੁਹਾਡੀ FCI ਜਿਹੜੀ ਹੈਗੀ ਆ ਉਹ ਤਬਾਹ ਹੋ ਗਈ, ਉਹ ਕਰਜ਼ਦਾਰ ਹੋ ਗਈ, ਹੌਲੀ ਹੌਲੀ ਟੁੱਟ ਗਈ, ਔਰ ਤਾਂ ਕੀ ਬਣੇਗਾ? ਤਾਂ ਕੌਣ ਖਰੀਦੇਗਾ ਤੁਹਾਡੀਆਂ ਫਸਲਾਂ? ਕੌਣ ਕਿਸਾਨਾਂ ਦੀਆਂ ਫਸਲਾਂ ਖਰੀਦੇਗਾ? ਕੁਦਰਤੀ ਗੱਲ ਹੈ ਕਿ ਪ੍ਰਾਈਵੇਟ ਪਲੇਅਰਸ ਜਿਹੜੇ ਨੇ, ਉਹ ਅਡਾਨੀ ਅਬਾਨੀ ਜਿਹੜੇ ਨੇ, ਉਹ ਤੁਹਾਡੀਆਂ ਫਸਲਾਂ ਚੱਕਿਆ ਕਰਨਗੇ। ਇਸੇ ਕਰਕੇ ਅਡਾਨੀਆਂ ਅਬਾਨੀਆਂ ਦਾ ਜਿਹੜਾ ਇੰਨਾ ਪ੍ਰੈਸ਼ਰ ਹੈ, ਉਹਦੇ ਕਰਕੇ ਤੁਸੀਂ ਦੇਖੋਗੇ ਕਿ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ, ਉਹਨਾਂ ਨੇ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਆਪਣੇ ਸਾਇਲੋ ਜਿਹੜੇ ਨੇ ਉਹ ਖੋਲ ਰਹੇ ਨੇ, ਯਾਨੀ ਕਿ ਗੋਦਾਮ ਉਹਨਾਂ ਦੇ ਖੁੱਲ ਚੁੱਕੇ ਨੇ। ਉੱਥੇ ਤਾਂ ਉਹ ਮਤਲਬ ਸ਼ੁਰੂਆਤ ਵੀ ਹੋ ਚੁੱਕੀ ਹੈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਆਪਾਂ ਜਦੋਂ ਦੇਖਦੇ ਹਾਂ ਕਿ ਹਕੀਕਤ ਕੀ ਹੈ, ਤੱਥ ਕੀ ਕਹਿੰਦੇ ਨੇ ਇਸ ਵੇਲੇ ਕਿਸਾਨੀ ਦੇ ਬਾਰੇ, ਤੱਥ ਇਹੀ ਕਹਿ ਰਹੇ ਨੇ ਕਿ ਸਰਕਾਰਾਂ ਸਾਡੀਆਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ, APMC ਤੋਂ ਭੱਜ ਰਹੀਆਂ ਨੇ, ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦੇ ਲਈ ਤੁਲੀਆਂ ਹੋਈਆਂ ਨੇ। ਇਸੇ ਤਰ੍ਹਾਂ ਜਿਹੜਾ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਨੂੰ ਖਤਮ ਕਰਨ ਦੇ ਲਈ ਤੁਲੀਆਂ ਹੋਈਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਬੇਸ਼ੱਕ ਸਰਕਾਰਾਂ ਆਪਣੇ ਆਪ ਤੇ ਇਹ ਕਹਿੰਦੀਆਂ ਹੋਣ ਕਿ ਅਸੀਂ 22 ਦੇ ਵਿੱਚ ਕਿਸਾਨਾਂ ਦੀ ਦੁੱਗਣੀ ਜਿਹੜੀ ਹੈਗੀ ਆ ਉਹ ਆਮਦਨ ਕਰ ਦਾਂਗੇ, ਪਰ ਬੁਨਿਆਦੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਚਾਹੇ ਉਹ ਮਹਿੰਗਾਈ ਦੀ ਗੱਲ ਹੋਵੇ, ਚਾਹੇ ਉਹ ਮਸ਼ੀਨਰੀ ਦੀ ਗੱਲ ਹੋਵੇ, ਚਾਹੇ ਉਹ ਤੁਸੀਂ ਦੇਖੋਗੇ ਖਾਦਾਂ ਦੀ ਗੱਲ ਹੋਵੇ, ਹਰ ਤਰ੍ਹਾਂ ਦੇ ਤੇਲ ਲੈ ਲਓ, ਪੈਟਰੋਲ ਲਾ ਲਓ, ਡੀਜ਼ਲ ਲਾ ਲਓ, ਗੈਸ ਲਾ ਲਓ, ਹਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕਿਸਾਨ ਖਰੀਦਦਾ ਹੈ, ਚਾਹੇ ਉਹ ਘਰੇਲੂ ਨੇ ਚਾਹੇ ਖੇਤੀਬਾੜੀ ਲਈ ਨੇ, ਉਹ ਲਗਾਤਾਰ ਮਹਿੰਗਾਈ ਜਿਹੜੀ ਹੈਗੀ ਹੈ ਵੱਧ ਰਹੀ ਹੈ। ਪਰ ਭਾਅ ਕੀ ਦਿੰਦੀ ਹੈ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਸਰਕਾਰਾਂ ਸੈਂਟਰ ਦੀਆਂ ਨੇ, ਉਹ ਜੇ 2% ਭਾਅ ਵਧਾਉਂਦੀ ਹੈ ਤਾਂ ਜਿਹੜੀ ਮਹਿੰਗਾਈ ਦਰ ਹੈ ਉਹ ਘੱਟੋ ਘੱਟ 7 ਔਰ 8% ਵੱਧ ਰਹੀ ਹੈ। ਸੋ ਇਹਦਾ ਬੈਲੈਂਸ ਜਿਉਂ ਵਿਗੜ ਰਿਹਾ ਹੈ ਤਿਉਂ ਕਿਸਾਨ ਹੋਰ ਕਰਜ਼ਾਈ ਹੋ ਰਿਹਾ ਹੈ। ਇਸ ਵੇਲੇ ਮੈਨੂੰ ਲੱਗਦਾ ਕਿ ਪੰਜਾਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਲਗਭਗ 1 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ ਕਿਸਾਨ। ਔਰ ਜਿਹੜੀ ਸਰਕਾਰ ਇਹ ਕਹਿੰਦੀ ਸੀਗੀ ਕਿ ਜਿਹੜੇ ਸਾਡੇ CM ਸਾਹਿਬ ਇਹ ਕਹਿੰਦੇ ਸੀ, ਕੈਪਟਨ ਸਾਹਿਬ ਇਹ ਕਹਿੰਦੇ ਸੀਗੇ ਕਿ ਜਿਉਂ ਹੀ ਸਾਡੀ ਸਰਕਾਰ ਬਣੇਗੀ ਅਸੀਂ ਕਿਸਾਨਾਂ ਦਾ ਹਰ ਤਰ੍ਹਾਂ ਦਾ, ਚਾਹੇ ਉਹ ਆੜ੍ਹਤੀਏ ਦਾ, ਚਾਹੇ ਉਹ ਬੈਂਕਾਂ ਦਾ, ਚਾਹੇ ਉਹ ਪ੍ਰਾਈਵੇਟ ਬੈਂਕਾਂ ਦਾ, ਚਾਹੇ ਸਰਕਾਰੀ ਬੈਂਕਾਂ ਦਾ, ਚਾਹੇ ਕੋਈ ਹੋਰ ਕਰਜ਼ਾ ਹੈ, ਉਹ ਕਰਜ਼ਾ ਤੁਹਾਡਾ ਅਸੀਂ ਮਾफ़ ਕਰਾਂਗੇ, 100% ਕਰਜ਼ਾ ਮਾफ़ ਹੋਏਗਾ। ਪਰ ਆਪਾਂ ਦੇਖਦੇ ਹਾਂ ਕਿ ਕਿੰਨਾ ਕੁ % ਜਿਹੜਾ ਹੈਗਾ ਉਹਦੇ ਵਿੱਚੋਂ ਮਤਲਬ ਆਟੇ 'ਚੋਂ ਲੂਣ ਜਿਹੜਾ ਹੈਗਾ ਉਹ ਵੀ ਨਹੀਂ ਮਾफ़ ਹੋਇਆ। ਸੋ ਕਹਿਣ ਦਾ ਮਤਲਬ ਹੈ ਕਿ ਜੇ ਰਾਜੇਵਾਲ ਸਾਹਿਬ ਨੇ ਇਹ ਸ਼ੰਕਾ ਜ਼ਾਹਿਰ ਕੀਤਾ ਹੈ ਤਾਂ ਬਿਲਕੁਲ ਸਹੀ ਹੈ, ਕਿਉਂਕਿ ਉਹ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਔਰ ਜੋ ਵੀ ਬਿਆਨ ਦਿੱਤਾ ਹੈ ਇਹ ਲਗਭਗ ਹਕੀਕਤ ਦੇ ਨੇੜੇ ਦਾ ਬਿਆਨ ਹੈ। ਸੁਖਵਿੰਦਰ ਜੀ ਡਾਕਟਰ ਸਾਹਿਬ, ਇੱਕ ਚਿਹਰਾ ਕਰੋਨਾ ਕਾਲ ਦੇ ਵਿੱਚ ਅਸੀਂ ਅਕਸਰ ਦੇਖਿਆ, ਉਹ ਸੀ ਸੋਨੂ ਸੂਦ। ਵੱਖ-ਵੱਖ ਥਾਵਾਂ ਤੇ ਅਸੀਂ ਦੇਖਿਆ ਆਮ ਲੋਕਾਂ ਦੀ ਮਦਦ ਕਰ ਰਹੇ ਸਨ। ਤੇ ਬੀਤੇ ਕੁਝ ਸਮੇਂ ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹੁਣ ਉਹਨਾਂ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਟੈਕਸ ਚੋਰੀ ਨੂੰ ਲੈ ਕੇ। ਉਸ ਦੀ ਜਿਹੜੀ ਸ਼ਿਵ ਸੈਨਾ ਤੇ ਆਮ ਆਦਮੀ ਪਾਰਟੀ ਹੈ ਉਸ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਤੇ ਰਾਘਵ ਚੱਡਾ ਦਾ ਵੀ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਇਆ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਹੋਰਾਂ ਦਾ ਵੀ ਆਇਆ। ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਸੁਖਵਿੰਦਰ ਜੀ, ਜਦੋਂ ਵੀ ਇਸ ਤਰ੍ਹਾਂ ਦੇ ਲੋਕ ਨੇ, ਜਿਹੜੇ ਚੰਗੇ ਲੋਕ ਨੇ ਸਮਾਜ ਦੇ ਵਿੱਚ, ਕੋਈ ਭਲਾ ਕਰਨਾ ਚਾਹੁੰਦੇ ਨੇ, ਸਰਕਾਰਾਂ ਤੋਂ ਉਹ ਦੇਖ ਨਹੀਂ ਹੁੰਦਾ, ਕਿਉਂਕਿ ਸਰਕਾਰਾਂ ਨੂੰ ਲੱਗਦਾ ਹੈ ਕਿ ਸਾਡੀ ਬੱਲੇ ਬੱਲੇ ਕਿਉਂ ਨਹੀਂ ਹੋ ਰਹੀ, ਅਸੀਂ ਤਾਂ ਥੱਲੇ ਥੱਲੇ ਜਾ ਰਹੇ ਹਾਂ। ਇਹ ਇੱਦਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਬੱਲੇ ਬੱਲੇ ਹੋਈ ਜਾ ਰਹੀ ਹੈ। ਹੁਣ ਕਿਉਂ ਹੋਈ ਹੈ? ਸੋਨੂ ਸੂਦ ਨੂੰ ਲੋਕ ਕਿਉਂ ਯਾਦ ਕਰਦੇ ਨੇ, ਕਿਉਂ ਪਸੰਦ ਕਰਦੇ ਸੀਗੇ ਜਾਂ ਅੱਜ ਵੀ ਕਰਦੇ ਨੇ? ਉਹ ਇਸ ਲਈ ਕਰਦੇ ਨੇ ਕਿਉਂਕਿ ਜਦੋਂ ਅੱਜ ਤੋਂ 2 ਸਾਲ ਪਹਿਲਾਂ ਆਪਾਂ ਨੂੰ ਵੀ ਯਾਦ ਹੈ ਕਿ ਜਦੋਂ ਸਾਡੇ ਮਜ਼ਦੂਰ ਵਿਚਾਰੇ ਬਿਨਾਂ ਕਿਸੇ
ਰੋਟੀ ਪਾਣੀ ਤੋਂ ਬਿਨਾਂ, ਰੁਜ਼ਗਾਰ ਤੋਂ ਬਿਨਾਂ, ਹਰ ਚੀਜ਼ ਤੋਂ ਉਹ ਸੜਕਾਂ ਤੇ ਆ ਗਏ ਸੀਗੇ। ਸੋ ਉਸ ਵੇਲੇ ਆਪਾਂ ਨੂੰ ਪਤਾ ਹੈ ਕਿ ਸੋਨੂ ਸੂਦ ਨੇ ਉਹਨਾਂ ਦੀ ਬਾਹ ਫੜੀ, ਉਹਨਾਂ ਨੂੰ ਜਿੰਨੀ ਉਹਨਾਂ ਦੀ ਵਾਹ ਲੱਗਦੀ ਸੀਗੀ ਉਹਨਾਂ ਨੂੰ ਰਾਸ਼ਨ ਪਹੁੰਚਾਇਆ, ਉਹਨਾਂ ਨੂੰ ਪੈਸੇ ਦਿੱਤੇ, ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕੀਤੀ ਔਰ ਸੋਨੂ ਸਾਹਿਬ ਦਾ ਨਾਮ ਜਿਹੜਾ ਸੀ ਉਸ ਵੇਲੇ ਸੁਰਖੀਆਂ 'ਚ ਆਇਆ। ਸੋ ਕਹਿਣ ਦਾ ਮਤਲਬ ਹੈ ਕਿ ਉਸ 2 ਸਾਲਾਂ ਦੇ ਵਿੱਚ ਤਾਂ ਜਿਹੜਾ ਇਨਕਮ ਟੈਕਸ ਨੂੰ ਯਾਦ ਨਹੀਂ ਆਇਆ ਕਿ ਇਨਕਮ ਟੈਕਸ ਵਾਲਿਆਂ ਨੂੰ ਕਿ ਇਹਨਾਂ ਨੇ ਕੋਈ ਘਪਲਾ ਕੀਤਾ ਹੈ। ਪਰ ਜਦੋਂ ਜਿਉਂ ਹੀ ਸੋਨੂ ਸੂਦ ਨੇ ਕੇਜਰੀਵਾਲ ਜੀ ਨਾਲ ਮੁਲਾਕਾਤ ਕਰ ਲਈ, ਉਸ ਤੋਂ ਬਾਅਦ ਇਹ ਸਾਰੇ ਮਤਲਬ ਜਾਗ ਗਏ। ਸੋ ਕਹਿਣ ਦਾ ਮਤਲਬ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਮਤਲਬ ਇੱਕ ਕਿਸਮ ਦਾ ਕਲੈਪਸ ਹੋ ਰਿਹਾ ਸਿਸਟਮ ਹੈ। ਔਰ ਚਾਹੇ ਉਹ ਇਨਕਮ ਟੈਕਸ ਵਿਭਾਗ ਹੋਵੇ, ਚਾਹੇ ਕੋਈ ਹੋਰ ਸਰਕਾਰੀ ਵਿਭਾਗ ਹੋ, ਯਾਨੀ ਕਿ ਮਤਲਬ ਕੰਟਰੋਲ ਇੰਨਾ ਹੋ ਚੁੱਕਿਆ, ਸਰਕਾਰਾਂ ਇਹਨਾਂ ਵਿਭਾਗਾਂ ਨੂੰ ਕੰਟਰੋਲ ਕਰ ਰਹੀਆਂ ਨੇ ਔਰ ਏਜੰਡਾ ਕੋਈ ਹੋਰ ਹੁੰਦਾ ਹੈ। ਪਿੱਛੋਂ ਏਜੰਡਾ ਤਾਂ ਇਹੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕਿਉਂ ਬਣੇ, ਦਿੱਲੀ ਦੇ ਵਿੱਚ ਤੁਸੀਂ ਮੀਟਿੰਗਾਂ ਕਿਉਂ ਕੀਤੀਆਂ ਕੇਜਰੀਵਾਲ ਸਾਹਿਬ ਦੇ ਨਾਲ। ਸੋ ਇਸ ਤਰ੍ਹਾਂ ਦੇ ਏਜੰਡੇ ਲੈ ਕੇ ਜਿਹੜਾ ਹੈਗਾ ਜਦੋਂ ਤੁਸੀਂ ਆਓਗੇ ਤਾਂ ਲਾਜ਼ਮੀ ਤੌਰ ਤੇ ਇਹਦਾ ਸਿਆਸੀਕਰਨ ਜਿਹੜਾ ਹੈਗਾ ਉਹ ਹੋ ਰਿਹਾ, ਵਿੱਚੋਂ ਗੱਲ ਹੋਰ ਹੈ ਔਰ ਸਿਰਫ ਇਸ ਲਈ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿ ਇਹਨਾਂ ਨੇ ਜਿਹੜਾ ਹੈਗਾ ਕੇਜਰੀਵਾਲ ਦਾ ਸਾਥ ਕਿਉਂ ਦਿੱਤਾ, ਉਹਨਾਂ ਦੇ ਨਾਲ ਕਿਉਂ ਜੁੜੇ। ਸਿਰਫ ਇੰਨੀ ਕੁ ਗੱਲ ਹੈ, ਉਹਦੇ ਪਿੱਛੇ ਮਤਲਬ ਅੱਜ 2 ਸਾਲਾਂ ਬਾਅਦ ਜਦੋਂ ਉਹ ਕੰਮ ਕਰ ਰਹੇ ਸੀਗੇ ਉਦੋਂ ਤਾਂ ਕਿਸੇ ਨੂੰ ਇਹ ਯਾਦ ਨਹੀਂ ਆਇਆ ਔਰ ਅੱਜ ਕਿਉਂਕਿ ਹੁਣ ਮਿਲਨੇ ਉਹਨਾਂ ਨਾਲ ਮੀਟਿੰਗ ਹੋ ਗਈ ਕੇਜਰੀਵਾਲ ਸਰਕਾਰ ਦੇ ਨਾਲ ਜਾਂ ਕੇਜਰੀਵਾਲ ਹੋਰਾਂ ਨਾਲ, ਹੁਣ ਉਹਨਾਂ ਨੂੰ ਮਤਲਬ ਇਦਾਂ ਦੇ ਜਿਹੜੇ ਨੇ ਸ਼ੰਕੇ ਉਹਨਾਂ ਬਾਰੇ ਜ਼ਾਹਰ ਕੀਤੇ ਜਾ ਰਹੇ ਨੇ। ਸੋ ਇੱਕ ਮੈਨੂੰ ਲੱਗਦਾ ਕੋਈ ਸਿਆਸੀ ਬਦਲਾਖੋਰੀ ਹੈ, ਹੋਰ ਇਸ ਤੋਂ ਬਾਅਦ ਕੁਝ ਵੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਇਹ ਸਨ ਸਾਡੇ ਨਾਲ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਨੇ ਅੱਜ ਦੇ ਮੁੱਦੇ ਨੇ ਜਿਹੜੇ ਉਹਨਾਂ ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ।